हाँ जी बेटा, अज आपां 10th क्लास का ਸਾਹਿਤਕ रंग बुक का जिहड़ा पहला चैप्टर करांगे। मैं किसी तो घट नहीं। बेटा एक कहानी है। रजनी की उम्र होवेगी कोई 11-12 सालों की। रजनी की है बेटा 11-12 सालों की है। पोलियो की बीमारी करके उसदियां दोवें लत्तां नकारा हो चुकियां सन। नकारा बेटा जिवें आपां कहने बेकार हो चुकी सी, काम नहीं सी करदियां। पर उस विच अगे वधन का बहुत जज्बा तो उत्साह सी। पर उहदे विच की है कहंदे कहंदे अगे वधन का जिहड़ा जज्बा सी, भाव उहदी अगे वधन की जिहड़ी तांघ सीगी वो की सीगी हले भी हैगी सीगी। कई खेड मुकाबलिਆਂ ਵਿੱਚ ਉਸਨੇ इनाम जिते सन। मतलब देखो बेटा अपाहज होने के बावजूद भी उन्हें कई मुकाबलों के विच किसी इनाम जिते सन। रजनी की खासियत ये सी कि वह स्कूलों कदे गैर हाजिर नहीं रहिंदी सी। ਉਹ ਆਪਣੇ ਪਿੰਡੋਂ ਟਰਾਈਸਾਈਕਲ 'ਤੇ 3 ਕਿਲੋਮੀਟਰ ਦੂਰ ਸ਼ਹਿਰ ਦੇ ਸਕੂਲ ਵਿੱਚ ਪੜ੍ਹਨ ਲਈ ਆਉਂਦੀ ਸੀਗੀ। ਕਈ ਵਾਰ ਮੌਸਮ ਖਰਾਬ ਹੋਣ ਕਰਕੇ ਮੰਮੀ ਉਸ ਨੂੰ ਸਕੂਲੋਂ ਛੁੱਟੀ ਕਰ ਲੈਣ ਲਈ ਆਖਦੀ ਤਾਂ ਰਜਨੀ ਅੱਗੋਂ ਆਖਦੀ, ਮੰਮੀ ਖਰਾਬ ਮੌਸਮ ਦੀ ਮੈਨੂੰ ਕੋਈ ਪਰਵਾਹ ਨਹੀਂ। ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਸਾਡੇ ਸਕੂਲ ਵਿੱਚ ਸਾਲਾਨਾ ਸਮਾਗਮ ਵਿੱਚ ਹਰੇਕ ਜਮਾਤ ਦੇ ਉਸ ਵਿਦਿਆਰਥੀ ਨੂੰ ਇਨਾਮ ਦਿੱਤਾ ਜਾਂਦਾ ਹੈ ਜਿਸ ਦੀ ਹਾਜ਼ਰੀ ਸਾਰੇ ਸਾਲ ਵਿੱਚ ਦੂਜਿਆਂ ਨਾਲੋਂ ਵੱਧ ਹੁੰਦੀ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰੀ ਹਾਜ਼ਰੀ ਕਿਸੇ ਹੋਰ ਨਾਲੋਂ ਘਟ ਜਾਵੇ, ਇਸ ਲਈ ਮੈਂ ਸਕੂਲ ਜਾਵਾਂਗੀ। ਥੋੜ੍ਹਾ ਬਹੁਤ ਖਰਾਬ ਮੌਸਮ ਮੇਰਾ ਰਾਹ ਨਹੀਂ ਰੋਕ ਸਕਦਾ। ਰਜਨੀ ਕੀ ਕਹਿੰਦੀ ਕਹਿੰਦੀ ਵੀ ਖਰਾਬ ਮੌਸਮ ਵੀ ਕੀ ਹੈ ਜਿਹੜਾ ਉਹ ਮੇਰੀ ਰਾਹ ਨਹੀਂ ਰੋਕ ਸਕਦਾ ਹੈਗਾ। ਇਹ ਸੁਣ ਕੇ ਰਜਨੀ ਦੇ ਪਾਪਾ ਕਹਿੰਦੇ ਰਜਨੀ ਠੀਕ ਹੀ ਤਾਂ ਕਹਿ ਰਹੀ ਏ। ਅੱਗੋਂ ਰਜਨੀ ਮੁਸਕਰਾ ਪੈਂਦੀ ਤੇ ਅਲਵਿਦਾ ਆਖ ਟਰਾਈਸਾਈਕਲ 'ਤੇ ਸਕੂਲ ਜਾਣ ਲਈ ਰਵਾਨਾ ਹੋ ਜਾਂਦੀ। ਮੀਂਹ ਪੈਣ ਕਾਰਨ ਸਕੂਲ ਦੇ ਆਸ-ਪਾਸ ਘਾਹ ਜਿਹੜਾ ਕਾਫੀ ਵੱਡਾ ਹੋ ਗਿਆ ਸੀ। ਸਕੂਲ ਦਾ ਮਾਲੀ ਮੋਹਨ ਕਈ ਦਿਨਾਂ ਤੋਂ ਬਿਮਾਰ ਸੀ, ਇਸ ਕਰਕੇ ਸਕੂਲ ਵਿੱਚ ਘਾਹ ਕੱਟਣ ਦਾ ਬੰਦੋਬਸਤ नहीं हो सकिया। बंदोबस्त बेटा प्रबंध नहीं हो सकिया, अरेंजमेंट नहीं हो सकिया। रजनी की जमात के कमरे के पिछले पासे भी काफ़ी घाह हो गया सी। कई बार रजनी के इंचार्ज अध्यापक श्री मोहन लाल जी आख चुके सन कि वड्डा हो चुकिया घाह कटवाना बहुत जरूरी है। क्यों कटवाना जरूरी सी? क्योंकि उस विच कोई जहरीला जीव भी तो हो सकता है। ਤੇ ਉਹੀ ਹੋਇਆ ਜਿਸ ਦਾ ਸ਼੍ਰੀ ਮੋਹਨ ਲਾਲ ਨੂੰ ਡਰ ਸੀ। ਇੱਕ ਦਿਨ ਦੀ ਗੱਲ ਹੈ, ਰਜਨੀ ਦੀ ਜਮਾਤ ਦੇ ਸਾਰੇ ਵਿਦਿਆਰਥੀ ਮੈਦਾਨ ਵਿੱਚ ਖੇਡ ਰਹੇ ਸਨ। ਹਿੰਦੀ ਦੇ ਪੀਰੀਅਡ ਦੀ ਘੰਟੀ ਵੱਜੀ ਤਾਂ ਸਾਰੇ ਆਪਣੇ ਕਮਰੇ ਵਿੱਚ ਵੱਲ ਦੌੜੇ ਆਏ ਤੇ ਆਪਣੇ ਕਮਰੇ ਵਿੱਚ ਆ ਕੇ ਬਹਿਣ ਲੱਗੇ। ਅਧਿਆਪਕ ਜੀ ਦੀ ਉਡੀਕ ਹੋਣ ਲੱਗੀ। ਚਾਣਚੱਕ ਹੀ ਜਮਾਤ ਵਿੱਚ ਪਿੱਛੇ ਬੈਠੇ ਰਾਹੁਲ ਦੀ ਨਜ਼ਰ ਆਪਣੇ ਬੈਂਚ ਦੀ ਇੱਕ ਲੱਤ ਨਾਲ ਲਿਪਟੇ ਪਏ ਸੱਪ 'ਤੇ ਪਈ ਤਾਂ ਉਹ ਇੱਕਦਮ ਘਾਬਰ ਗਿਆ। ਉਸਨੇ ਰੌਲਾ ਪਾ ਦਿੱਤਾ, ਸੱਪ ਸੱਪ। ਪਲਾਂ ਵਿੱਚ ਹੀ ਪਲਾਂ ਕੀ ਹੁੰਦਾ ਬੇਟਾ 19 ਸਕਿੰਟ ਦੇ ਵਿੱਚ ਹੀ ਆਪਾਂ ਕਹਿੰਦੇ ਹਾਂ ਜਮਾਤ ਵਿੱਚ ਹਾਹਾਕਾਰ ਮੱਚ ਗਈ। ਹਾਹਾਕਾਰ ਦਾ ਭਾਵ ਰੌਲਾ। ਸਾਰੇ ਵਿਦਿਆਰਥੀ ਰੌਲਾ ਪਾਉਂਦੇ ਹੋਏ ਕਮਰੇ ਤੋਂ ਬਾਹਰ ਭੱਜਣ ਲੱਗੇ। ਉਹ ਸੱਪ ਕਮਰੇ ਦੇ ਬਾਹਰ ਉੱਗੇ ਵੱਡੇ ਘਾਹ ਵਿੱਚੋਂ ਕੰਧ 'ਤੇ ਚੜ੍ਹਦਾ ਹੋਇਆ ਬਾਰੀ ਰਾਹੀਂ ਕਮਰੇ ਵਿੱਚ ਆ ਗਿਆ ਸੀ। ਰਜਨੀ ਜਮਾਤ ਦੇ ਵਿਚਕਾਰ ਆਪਣੀ ਸਹੇਲੀ ਪੂਜਾ ਨਾਲ ਬੈਂਚ 'ਤੇ ਬੈਠੀ ਹੋਈ ਸੀ। ਪੂਜਾ ਨੇ ਉਸਨੂੰ ਫਟਾਫਟ ਬਾਹਰ ਨਿਕਲਣ ਲਈ ਆਖਿਆ, ਪਰ ਇੱਕਦਮ ਬਾਹਰ ਨਿਕਲਣਾ ਉਸ ਲਈ ਔਖਾ ਸੀ ਕਿਉਂਕਿ ਉਹ ਅਪਾਹਿਜ ਸੀ। ਬੇਟਾ ਦੀ ਲੱਤਾਂ ਕੰਮ ਨਹੀਂ ਸੀ ਕਰਦੀ ਤਾਂ ਇੱਕਦਮ ਭੱਜ ਕੇ ਤਾਂ ਬਾਹਰ ਨਹੀਂ ਸੀ ਆ ਸਕਦੀ। ਰਜਨੀ ਨੇ ਵੇਖਿਆ ਸੱਪ 3 ਫੁੱਟ ਤੋਂ ਵੀ ਕੁਝ ਵੱਡਾ ਸੀ। ਵਿਦਿਆਰਥੀਆਂ ਦੀ ਹਾਲ ਦੁਹਾਈ ਨਾਲ ਸੱਪ ਵੀ ਘਾਬਰ ਗਿਆ। ਹਾਲ ਦੁਹਾਈ ਬੇਟਾ ਰੌਲਾ ਪਾਉਣ ਨਾਲ ਜਿਹੜਾ ਚੀਖਾਂ ਮਾਰਦੇ ਸੀ ਬੱਚੇ, ਕਹੀ ਸੀ ਹਾਏ ਸੱਪ, ਇਸ ਤਰ੍ਹਾਂ। ਕਮਰੇ ਦਾ ਫਰਸ਼ ਪੱਕਾ ਸੀ, ਇਸ ਲਈ ਸੱਪ ਆਪਣੇ ਛੁਪਣ ਲਈ ਕੋਈ ਖੁੱਡ ਵਗੈਰਾ ਲੱਭਣ ਲਈ ਇੱਧਰ ਉੱਧਰ ਦੌੜਨ ਲੱਗਾ। ਰਜਨੀ ਨੇ ਫੌਰਨ ਦਿਮਾਗ ਤੋਂ ਕੰਮ ਲਿਆ। ਉਸਨੇ ਆਪਣਾ ਤੇ ਪੂਜਾ ਦਾ ਬੈਗ ਉਲਟਾ ਦਿੱਤਾ। ਦੋਵੇਂ ਬੈਗ ਖਾਲੀ ਕਰਕੇ ਥੋੜ੍ਹੇ ਅੰਤਰ ਨਾਲ, ਅੰਤਰ ਬੇਟਾ ਦੂਰੀ 'ਤੇ ਜਿਵੇਂ ਆਪਾਂ ਕਹਿੰਦੇ ਹਾਂ ਸਪੇਸ ਨਾਲ, ਆਪਣੇ ਨੇੜੇ ਹੀ ਫਰਸ਼ 'ਤੇ ਸੁੱਟ ਦਿੱਤੇ।
ਰਜਨੀ ਦੀ ਵਿਉਂਤ ਕੰਮ ਕਰ ਗਈ। ਜਿਉਂ ਹੀ ਸੱਪ ਫਰਸ਼ 'ਤੇ ਪਏ ਇੱਕ ਖਾਲੀ ਬੈਗ ਵਿੱਚ ਜਾ ਵੜਿਆ ਤਾਂ ਰਜਨੀ ਨੇ ਫੁਰਤੀ ਨਾਲ ਬੈਂਚ ਤੋਂ ਉੱਠ ਕੇ ਦੋਵਾਂ ਹੱਥਾਂ ਨਾਲ ਬੈਗ ਦਾ ਮੂੰਹ ਬੰਦ ਕਰ ਦਿੱਤਾ। ਸੱਪ ਦੀ ਪੂਛ ਬੈਗ ਤੋਂ ਥੋੜ੍ਹੀ ਜਿਹੀ ਬਾਹਰ ਵਿਖਾਈ ਦੇ ਰਹੀ ਸੀ। ਰਜਨੀ ਬੈਗ ਛੱਡ ਕੇ ਬਾਹਰ ਦੌੜ ਆ, ਸੱਪ ਤੈਨੂੰ ਡੰਗ ਲਏਗਾ, ਬੈਗ ਛੱਡ ਦੇ। ਮਤਲਬ ਕਿ ਬਾਹਰੋਂ ਕਲਾਸ ਤੋਂ ਬੱਚੇ ਕਿਸੇ ਜਿਹੜੇ ਆਵਾਜ਼ਾਂ ਮਾਰ ਰਹੇ ਸੀ, ਕਹਿੰਦੇ ਵੀ ਤੂੰ ਬੈਗ ਨੂੰ ਛੱਡ ਦੇ ਤੇ ਬਾਹਰ ਆ ਜਾ, ਸੱਪ ਤੇਰੇ ਕੀ ਹੈ ਡੰਗ ਮਾਰੇਗਾ। ਕਮਰੇ ਦੇ ਬਾਹਰ ਖੜੇ ਪੂਜਾ ਤੇ ਹੋਰ ਜਮਾਤੀ ਚੀਕ ਚੀਕ ਕੇ ਕਹਿ ਰਹੇ ਸਨ, ਪਰ ਰਜਨੀ ਨੇ ਬੈਗ ਦਾ ਮੂੰਹ ਘੁੱਟ ਕੇ ਬੰਦ ਕੀਤਾ ਹੋਇਆ ਸੀ। ਤਦ ਤੱਕ ਸਕੂਲ ਦਾ ਸੇਵਾਦਾਰ ਪ੍ਰਾਣਨਾਥ ਹੱਥ ਵਿੱਚ ਸੋਟੀ ਫੜੀ ਕਮਰੇ ਵਿੱਚ ਆਇਆ। ਜਦੋਂ ਉਸਨੇ ਰਜਨੀ ਨੂੰ ਅਜਿਹੀ ਹਾਲਤ ਵਿੱਚ ਵੇਖਿਆ ਤਾਂ ਉਹ ਦੰਗ ਰਹਿ ਗਿਆ। ਦੰਗ ਬੇਟਾ ਹੈਰਾਨ ਰਹਿ ਗਿਆ। ਪ੍ਰਾਣਨਾਥ ਬੋਲਿਆ, ਕੁੜੀਏ ਖਤਰਾ ਮੁੱਲ ਨਾ ਲੈ, ਇਹ ਬੈਗ ਛੱਡ ਦੇ, ਫਟਾਫਟ ਕਰ, ਬੈਂਚ 'ਤੇ ਜਾ ਚੜ੍ਹ, ਮੈਂ ਇਸ ਬੈਗ ਵਿੱਚ ਹੀ ਮਾਰ ਦਿਆਂਗਾ, ਛੇਤੀ ਕਰ, ਸੱਪ ਤੈਨੂੰ ਡੰਗ ਮਾਰ ਦੇਗਾ। ਉਹਨੇ ਕੀ ਕਿਹਾ, ਕਹਿੰਦਾ ਤੂੰ ਬੈਂਚ 'ਤੇ ਚੜ੍ਹ ਜਾ ਬੇਟਾ, ਵੀ ਮੈਂ ਸੱਪ ਨੂੰ ਕਿ ਸੋਟੀ ਨਾਲ ਮਾਰ ਦੂੰਗਾ, ਕਿਤੇ ਤੇਰੇ ਨਾਲ ਡੰਗ ਮਾਰ ਲੈ। ਅੰਕਲ ਜੀ, ਸੱਪ ਹੁਣ ਇਸ ਬੈਗ 'ਚੋਂ ਬਾਹਰ ਨਹੀਂ ਨਿਕਲ ਸਕਦਾ, ਕਿਉਂਕਿ ਮੈਂ ਬੜੀ ਮਜ਼ਬੂਤੀ ਨਾਲ ਘੁੱਟ ਕੇ ਬੈਗ ਦਾ ਮੂੰਹ ਬੰਦ ਕੀਤਾ ਹੋਇਆ ਹੈ, ਰਜਨੀ ਨੇ ਉੱਤਰ ਦਿੱਤਾ। ਸੱਪ ਬੈਗ ਵਿੱਚੋਂ ਫੁੰਕਾਰੇ ਮਾਰ ਰਿਹਾ ਸੀ। ਫੁੰਕਾਰੇ ਕੀ ਸੀ? ਜਿਵੇਂ ਉਹਦੀ ਆਵਾਜ਼ ਹੁੰਦੀ ਹੈ ਬੇਟਾ, ਛੂੰ ਜਾਂ ਕੁਛ ਵੀ, ਜਿਸ ਤਰ੍ਹਾਂ ਦੀ ਵੀ। ਪਰ ਰਜਨੀ ਬਿਲਕੁਲ ਨਹੀਂ ਸੀ ਡਰ ਰਹੀ। ਪ੍ਰਿੰਸੀਪਲ ਸਾਹਿਬ, ਅਧਿਆਪਕ ਤੇ ਕੁਝ ਹੋਰ ਕਰਮਚਾਰੀ ਵੀ ਝਟਪਟ ਉੱਥੇ ਆ ਗਏ। ਬਾਕੀ ਸਾਰੇ ਵੀ ਆ ਗਏ ਉੱਥੇ। ਚੌਕੀਦਾਰ ਨੇ ਆਖਿਆ, ਇਸ ਨੂੰ ਜਲਦੀ ਮਾਰ ਦਿਓ। ਇਹ ਗੱਲ ਸੁਣਦਿਆਂ ਸਾਰੀ ਰਜਨੀ ਬੋਲੀ, ਨਾ ਨਾ ਅੰਕਲ ਜੀ, ਇਸ ਨੂੰ ਨਾ ਮਾਰਨਾ ਪਲੀਜ਼, ਇਹ ਮੇਰੀ ਪਕੜ ਵਿੱਚੋਂ ਬਾਹਰ ਨਹੀਂ ਆ ਸਕਦਾ ਤੇ ਨਾ ਹੀ ਹੁਣ ਇਹ ਕਿਸੇ ਦਾ ਨੁਕਸਾਨ ਕਰ ਸਕਦਾ ਹੈ। ਇਸ ਨੂੰ ਚਿੜੀਆ ਘਰ ਵਾਲਿਆਂ ਨੂੰ ਦਿੱਤਾ ਜਾਵੇ ਤਾਂ ਬੜਾ ਚੰਗਾ ਹੋਵੇਗਾ। ਵਾਹ ਰਜਨੀ, ਤੂੰ ਤਾਂ ਸਿਆਣਿਆਂ ਵਾਲੀਆਂ ਗੱਲਾਂ ਕਰ ਰਹੀ ਏ, ਪ੍ਰਿੰਸੀਪਲ ਸਾਹਿਬ ਨੇ ਆਖਿਆ। ਪ੍ਰਾਣਨਾਥ ਨੇ ਰਜਨੀ ਕੋਲੋਂ ਬੜੀ ਸਾਵਧਾਨੀ ਨਾਲ ਬੈਗ ਫੜ ਲਿਆ, ਫਿਰ ਉਸ ਬੈਗ ਦਾ ਮੂੰਹ ਘੁੱਟ ਕੇ ਰੱਸੀ ਨਾਲ ਬੰਨ੍ਹ ਦਿੱਤਾ। ਸਾਇੰਸ ਵਾਲੇ ਅਧਿਆਪਕ ਬੋਲੇ, ਰਜਨੀ ਠੀਕ ਕਹਿ ਰਹੀ ਹੈ ਸਰ, ਇਸ ਨੂੰ ਚਿੜੀਆ ਘਰ ਵਿੱਚ ਭਿਜਵਾਇਆ ਜਾਵੇ। ਪ੍ਰਾਣਨਾਥ ਤੇ ਇੱਕ ਦੋ ਹੋਰ ਆਦਮੀ ਸੱਪ ਨੂੰ ਚਿੜੀਆ ਘਰ ਵਿੱਚ ਸੌਂਪਣ ਲਈ ਚਲੇ ਗਏ। ਚਿੜੀਆ ਘਰ ਦੇ ਵੱਡੇ ਅਫਸਰ ਨੂੰ ਜਦੋਂ ਇਹ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਹ ਆਖਣ ਲੱਗਾ, ਮੈਂ ਇਹ ਜਾਣ ਕੇ ਹੈਰਾਨ ਹਾਂ ਕਿ ਇਸ ਸੱਪ ਨੂੰ ਇੱਕ ਅਜਿਹੀ ਬਹਾਦਰ ਲੜਕੀ ਨੇ ਕਾਬੂ ਕੀਤਾ ਹੈ ਜਿਹੜੀ ਪੋਲੀਓ ਸ਼ਿਕਾਰ ਏ। ਦੂਜੀ ਵੱਡੀ ਗੱਲ ਇਹ ਕਿ ਉਸਦੇ ਮਨ ਵਿੱਚ ਜੀਵ ਜੰਤੂਆਂ ਪ੍ਰਤੀ ਬਹੁਤ ਸਨੇਹ ਹੈ। ਉਹ ਜਾਣਦੀ ਹੈ ਕਿ ਸੱਪ ਸਾਡਾ ਦੁਸ਼ਮਣ ਨਹੀਂ, ਸਗੋਂ ਇਹ ਖਤਰਾ ਮਹਿਸੂਸ ਕਰਨ ਵੇਲੇ ਹੀ ਵਿਅਕਤੀ ਨੂੰ ਆਪਣੇ ਬਚਾਓ ਵਾਸਤੇ ਡੰਗ ਮਾਰਦਾ। ਆਮ ਲੋਕਾਂ ਨੂੰ ਇਸ ਗੱਲ ਦਾ ਤਾਂ ਨਹੀਂ ਪਤਾ ਕਿ ਇਸ ਦੇ ਜ਼ਹਿਰ ਤੋਂ ਕਈ ਲਾਭਦਾਇਕ ਦਵਾਈਆਂ ਬਣਦੀਆਂ ਹਨ। ਸਕੂਲ ਦਾ ਸਾਲਾਨਾ ਸਮਾਰੋਹ ਹੋਇਆ। ਰਜਨੀ ਨੂੰ ਬਹਾਦਰੀ ਦਾ ਇਨਾਮ ਦੇਣ ਲਈ ਚਿੜੀਆ ਘਰ ਦੇ ਮੁੱਖ ਅਫਸਰ ਖੁਦ ਸਕੂਲੇ ਆਏ ਤੇ ਸਾਰਿਆਂ ਨੂੰ ਸੰਬੋਧਨ ਕਰਕੇ ਆਖਣ ਲੱਗੇ, ਇਹ ਬਹਾਦਰ ਲੜਕੀ ਸਾਡੇ ਸਾਰਿਆਂ ਵਾਸਤੇ ਇੱਕ ਮਿਸਾਲ ਹੈ, ਜੋ ਆਪਣੀ ਸਰੀਰਕ ਅਪੰਗਤਾ ਦੇ ਬਾਵਜੂਦ ਵੀ ਕਿਸੇ ਕੋਲੋਂ ਘੱਟ ਨਹੀਂ ਹੈ। ਮੈਂ ਆਪਣੇ ਵੱਲੋਂ ਇਸ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਭੇਜਣ ਦੀ ਸਿਫਾਰਿਸ਼ ਕਰਾਂਗਾ, ਕਿਉਂਕਿ ਇਸ ਨੇ ਆਪਣੀ ਹਾਜ਼ਰ ਦਿਮਾਗੀ ਨਾਲ ਨਾ ਕੇਵਲ ਆਪਣੀ ਜਮਾਤੀਆਂ ਨੂੰ ਖਤਰੇ ਤੋਂ ਬਚਾਇਆ, ਸਗੋਂ ਬੜੀ ਬਹਾਦਰੀ ਨਾਲ ਸੱਪ ਕਾਬੂ ਕਰਕੇ ਸਾਡੇ ਤੱਕ ਪਹੁੰਚਾਉਣ ਵਿੱਚ ਵੀ ਮਦਦ ਕੀਤੀ ਹੈ। ਇਨਾਮ ਲੈਣ ਉਪਰੰਤ ਜਦੋਂ ਰਜਨੀ ਆਪਣੀਆਂ ਸਹੇਲੀਆਂ ਨੂੰ ਮਿਲ ਰਹੀ ਸੀ ਤਾਂ ਕੁਝ ਸਹੇਲੀਆਂ ਕਹਿ ਰਹੀਆਂ ਸਨ, ਰਜਨੀ, ਜਿਹੜਾ ਕੰਮ ਅਸੀਂ ਨਹੀਂ ਕਰ ਸਕੀਆਂ ਉਹ ਤੂੰ ਇਕੱਲੀ ਨੇ ਕਰ ਦਿਖਾਇਆ, ਸਾਨੂੰ ਤੇਰੇ 'ਤੇ ਮਾਣ ਹੈ। ਰਜਨੀ ਬੋਲੀ, ਦ੍ਰਿੜ ਨਿਸ਼ਚਾ ਹੋਵੇ ਤਾਂ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ। ਰਜਨੀ ਨੇ ਵੇਖਿਆ ਉਸਦੇ ਕੁਝ ਜਮਾਤੀ ਤਾੜੀਆਂ ਵਜਾਉਂਦੇ ਹੋਏ ਆਖ ਰਹੇ ਸਨ, ਰਜਨੀ ਜ਼ਿੰਦਾਬਾਦ, ਰਜਨੀ ਜ਼ਿੰਦਾਬਾਦ।
ਇੰਨੇ ਨੂੰ ਆਪਣੇ ਜਮਾਤੀਆਂ ਵਿੱਚ ਘਿਰੀ ਰਜਨੀ ਕੋਲ ਉਸਦੇ ਮੰਮੀ ਪਾਪਾ ਆਏ। ਉਹਨਾਂ ਆ ਕੇ ਰਜਨੀ ਨੂੰ ਗਲਵੱਕੜੀ ਵਿੱਚ ਲਿਆ। ਰਜਨੀ ਨੂੰ ਜਾਪਿਆ ਜਿਵੇਂ ਉਸਦੀਆਂ ਬੇਜਾਨ ਲੱਤਾਂ ਵਿੱਚ ਜਾਨ ਆ ਗਈ ਹੋਵੇ ਅਤੇ ਉਸਦੀ ਤਾਕਤ ਆ ਜਿਹੜੀ ਦੁੱਗਣੀ ਹੋ ਗਈ ਹੋਵੇ। ਠੀਕ ਹੈ ਬੇਟਾ, ਇਹ ਕਹਾਣੀ ਨੂੰ ਤੁਸੀਂ ਰੀਡ ਕਰਨਾ, ਫਿਰ ਇਹਦੇ ਕੁਐਸਚਨ ਆਨਸਰ ਤੁਸੀਂ ਕੀਤੇ ਹੋਏ ਨੇ, ਆਪਾਂ ਉਹਨਾਂ ਦਾ ਟੈਸਟ ਵਗੈਰਾ ਲਵਾਂਗੇ। ਓਕੇ।